ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪੇਜ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਤੋਂ। ਆइए ਸਰਵਣ ਕਰੀਏ ਅੱਜ ਦਾ ਹੁਕਮਨਾਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ। ਸਾਹਿਬ ਜੀ ਜੈਤ ਸਰੀ ਮਹਲਾ ਪੰਜਵਾ। ਛੰਤ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾ ਅਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤਾ ਚੰਤ ਸੁਣ ਯਾਰ ਹਮਾਰੇ ਸੱਜਣਾ ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰਾਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਪੂਰੀ ਦਰਸ਼ਨ ਦੀਜੈ ਨੈਣ ਹਮਾਰੀ ਪ੍ਰਿਯ ਰੰਗ ਰੰਗਾਰੀ ਇਕ ਤਿਲ ਭੀ ਨਾ ਧੀਰਿਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਕ ਜਿਵੈ ਤਿਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਕੁਲ ਆਲਮ ਸਰਬ ਸਾਂਝੀ ਕਾਇਨਾਤ ਦੇ ਸਰਬ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਮੁਕੱਦਸ ਗੋਦ ਦਾ ਆਨੰਦ ਮਾਣ ਰਹੀ ਸਮੂਹ ਸਤ ਸੰਗਤ ਸਤਿਗੁਰਾਂ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਅੱਜ ਦਾ ਪਾਵਨ ਮੁੱਖ ਵਾਕ
ਜੈਤ ਸ੍ਰੀ ਰਾਗ ਦੇ ਅੰਦਰ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 703 ਅੰਕ ਤੇ ਸੁਭਾਇਮਾਨ ਹੈ। ਪਾਵਨ ਮੁਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਜਿਸ ਵਿੱਚ ਇੱਕ ਸ਼ਲੋਕ ਅਤੇ 4 ਛੰਤ 4 ਪਦੇ ਹਨ। ਇੱਕ ਸ਼ਲੋਕ, ਇੱਕ ਛੰਤ ਤੇ ਉਸ ਛੰਤ ਦੇ 4 ਪਦੇ ਹਨ। ਪਾਵਨ ਸ਼ਲੋਕ ਤੇ ਪਹਿਲੇ ਸ਼ਲੋਕ ਦਾ ਪਹਿਲੇ ਪਦੇ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਪਾਵਨ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਜੈਤ ਸਰੀ ਮਹੱਲਾ ਪੰਜਵਾਂ, ਛੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤ ਸੰਗਤ ਮੈਂ ਬੇਨਤੀ ਕਰਾਂ, ਪਹਿਲਾਂ ਸਤਿਗੁਰੂ ਜੀ ਨੇ ਮੰਗਲ ਵਰਤਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਓ ਸਮਝਣ ਦਾ ਯਤਨ ਕਰੀਏ ਸਤਿਗੁਰੂ ਜੀ ਪਾਵਨ ਸ਼ਬਦ ਦੇ ਵਿੱਚ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਮਝਣ ਦਾ ਯਤਨ ਕਰੀਏ ਸਤਿਗੁਰੂ ਜੀ ਨੇ ਪਾਵਨ ਸ਼ਲੋਕ ਦੇ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੀ ਹੈ, ਉਸ ਵਿਚਾਰ ਨੂੰ, ਉਸ ਸੋਚ ਨੂੰ ਸਮਝ ਸਕੀਏ ਤੇ ਆਪਣੇ ਜੀਵਨ ਦੇ ਵਿੱਚ ਢਾਲ ਸਕੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇੱਕ ਓੰਕਾਰ। ਮੈਂ ਬੇਨਤੀ ਕਰਾਂ, ਕਈ ਵੀਰ ਜਦੋਂ ਪਾਠ ਕਰਦੇ ਹਨ ਤੇ ਇਸ ਇੱਕ ਓੰਕਾਰ ਦਾ ਉਚਾਰਨ ਆਮ ਇਨਸਾਨ ਸਮਝ ਨਹੀਂ ਪਾਉਂਦਾ। ਇੱਕ ਸ਼ਬਦ ਸਤਿਗੁਰੂ ਜੀ ਨੇ ਪਹਿਲਾ ਏਕਾ ਵਰਤਿਆ ਹੈ, ਜੋ ਮੈਥ ਦਾ ਹੈ, ਜੋ ਗਣਿਤ ਦਾ ਹੈ। ਇੱਕ ਸ਼ਬਦ ਹੈ, ਇੱਕ ਤੋਂ ਭਾਵ ਉਸਦਾ ਇੱਕ ਹੀ ਰਹਿੰਦਾ ਹੈ, ਕੋਈ ਹੋਰ ਭਾਵ ਨਹੀਂ ਹੋ ਸਕਦਾ। ਅਗਲਾ ਸ਼ਬਦ ਸਤਿਗੁਰੂ ਜੀ ਵਰਤਦੇ ਹਨ ਓੰਕਾਰ। ਸਤ ਸੰਗਤ, ਓੰਕਾਰ ਦੇ ਵਿੱਚ 3 ਸ਼ਬਦਾਂ ਦਾ ਸੁਮੇਲ ਆ ਜਾਂਦਾ ਹੈ। ਪਹਿਲਾ ਊੜਾ ਬਣਦਾ ਹੈ, ਦੂਸਰਾ ਉਸ ਦੇ ਉੱਤੇ ਟਿੱਪੀ ਲੱਗਦੀ ਹੈ ਤੇ ਤੀਸਰਾ ਉਹ ਆਪਣਾ ਵਿਸਤਾਰ ਦਿੰਦਾ ਹੈ, ਜਿਸ ਦਾ ਭਾਵ ਬਣਦਾ ਹੈ ਇੱਕ ਤੋਂ ਭਾਵ ਉਹ ਪਰਮਾਤਮਾ ਇੱਕ ਹੈ। ਉਹ ਤੋਂ ਭਾਵ ਅੰਕਾਰ, ਉਹ ਪਰਮਾਤਮਾ ਇੱਕ ਹੈ। ਸਾਰੀ ਸ੍ਰਿਸ਼ਟੀ ਬਣਾ ਕੇ ਉਸ ਦੇ ਵਿੱਚ ਇੱਕ ਹੀ ਇੱਕ ਆਪ ਬੇਅੰਤ ਪਰਮਾਤਮਾ ਵਿਆਪਕ ਹੈ। ਅਗਲਾ ਸ਼ਬਦ ਬਖਸ਼ਿਸ਼ ਕਰਦੇ ਹਨ ਸਤਿਗੁਰ ਪ੍ਰਸਾਦ। ਸਤ ਸੰਗਤ, ਸੁਖੈਨ ਜਿਹਾ ਤਰੀਕਾ ਵਰਤਾ ਸਮਝਣ ਦੇ ਲਈ ਜਦੋਂ ਆਪਾਂ ਸਤਿਗੁਰ ਪ੍ਰਸਾਦ ਪੜ੍ਹਦੇ ਹਾਂ, ਸਤਿਗੁਰ ਪ੍ਰਸਾਦ ਦੇ ਨਾਲ ਸਤ ਸ਼ਬਦ ਨੂੰ ਜੇਕਰ ਥੋੜਾ ਜਿਹਾ ਰੁਕ ਕੇ ਪੜ੍ਹਦੇ ਹਾਂ ਤੇ ਉਸ ਦਾ ਅਰਥ ਸਪਸ਼ਟ ਸਮਝ ਵਿੱਚ ਆਉਂਦਾ ਹੈ। ਇੱਕ ਤੋਂ ਭਾਵ ਉਹ ਪਰਮਾਤਮਾ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਉਹ ਓੰਕਾਰ ਤੋਂ ਭਾਵ ਉਹ ਪਰਮਾਤਮਾ ਸਾਰੀ ਦੁਨੀਆ ਦਾ, ਸ੍ਰਿਸ਼ਟੀ ਦਾ ਰਚਨਹਾਰ ਬਣਾ ਕੇ ਉਸ ਵਿੱਚ ਵਿਆਪਕ ਹੈ। ਸਤ ਤੋਂ ਭਾਵ ਜਿਸ ਦਾ ਨਾਮ ਸਤ ਹੈ, ਜੋ ਸਦਾ ਅਟਲ ਰਹਿਣ ਵਾਲਾ ਹੈ। ਗੁਰ ਪ੍ਰਸਾਦ ਤੋਂ ਭਾਵ ਜਿਹੜਾ ਗੁਰੂ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ, ਮਿਲਦਾ ਹੈ। ਬਖਸ਼ਿਸ਼ ਕਰਦੇ ਹਨ ਸ਼ਲੋਕ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨ ਦਿਨ ਨੀਤ। ਸਤਿਗੁਰੂ ਜੀ ਸ਼ਲੋਕ ਦੀ ਪਹਿਲੀ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਹਨ ਕਿ ਮੈਨੂੰ ਮੇਰੇ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ। ਮੇਰੇ ਅੰਦਰ ਉਸ ਪਰਮਾਤਮਾ ਦੀ ਪ੍ਰੀਤ ਦਾ, ਜਿਸ ਤਰੀਕੇ ਦੇ ਨਾਲ ਇੱਕ ਬਬੀਹੇ ਨੂੰ ਸਵਾਤੀ ਬੂੰਦ ਦੇ ਨਾਲ ਪ੍ਰੀਤ ਹੈ, ਉਸ ਦੇ ਬਿਨਾ ਨਹੀਂ ਜੀ ਸਕਦਾ, ਉਸ ਦੇ ਲਈ ਪ੍ਰਿਉ ਪ੍ਰਿਉ ਪੁਕਾਰਦਾ ਹੈ। ਕਹਿੰਦੇ ਮੈਨੂੰ ਉਸ ਗੁਰੂ ਦੇ ਸ਼ਬਦ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰੀਤ ਹੈ। ਦਰਸ਼ਨ ਪਿਆਸੀ ਦਿਨਸ ਰਾਤ, ਕਹਿੰਦੇ ਮੇਰੀਆਂ ਅੱਖਾਂ, ਮੇਰਾ ਤਨ, ਮੇਰਾ ਮਨ ਉਸ ਪਰਮਾਤਮਾ ਦੇ ਨਾਮ ਦਾ ਹਮੇਸ਼ਾ ਪਿਆਸਾ ਬਣਿਆ ਰਹਿੰਦਾ ਹੈ। ਚਿਤਵੋਂ ਅਨ ਦਿਨ ਨੀਤ। ਸਤ ਸੰਗਤ, ਪਹਿਲਾ ਸ਼ਬਦ ਸਤਿਗੁਰੂ ਜੀ ਵਰਤਦੇ ਹਨ ਦਰਸ਼ਨ ਪਿਆਸੀ ਦਿਨਸ ਰਾਤ।
ਦਿਨਸ ਰਾਤ ਤੋਂ ਭਾਵ ਰਾਤ ਤੇ ਦਿਨ ਅੱਠੇ ਪੈਰ ਉਸ ਪਰਮਾਤਮਾ ਦੀ ਪ੍ਰੀਤ ਮੇਰੇ ਮਨ ਦੇ ਅੰਦਰ ਤਾਂਗ ਲੱਗੀ ਰਹਿੰਦੀ ਹੈ। हे ਪਰਮਾਤਮਾ ਕਿਰਪਾ ਕਰ ਮੈਨੂੰ ਤੇਰਾ ਦਰਸ਼ਨ ਹੋ ਜਾਵੇ। हे ਪ੍ਰਮਾਤਮਾ ਕਿਰਪਾ ਕਰ ਮੈਂ ਤੇਰੇ ਨਾਲ ਜੁੜ ਜਾਵਾਂ। ਚਿਤਵੋਂ ਅਨ ਦਿਨ ਨੀਤ, ਅਗਲਾ ਸ਼ਬਦ ਵਰਤੇ ਚਿਤਵੋਂ। ਚਿਤਵੋਂ ਤੋਂ ਭਾਵ ਮੇਰੇ ਚਿੱਤ ਦੇ ਵਿਆਖਿਆਲ ਦੇ ਸੋਚ ਦੇ ਵਿੱਚ ਇਹ ਪਰਮਾਤਮਾ ਇੱਕ ਤੇਰੀ ਹੀ ਰੱਟ ਲੱਗੀ ਰਹਿੰਦੀ ਹੈ, ਇੱਕ ਤੇਰਾ ਹੀ ਪਿਆਰ ਬਣਿਆ ਰਹਿੰਦਾ ਹੈ, ਜਿਸ ਦੇ ਕਰਕੇ ਮੇਰੇ ਚਿੱਤ ਵਿੱਚ ਇਹ ਸੋਚ ਟਿਕੀ ਰਹਿੰਦੀ ਹੈ ਕਿ ਦਰਸ਼ਨ ਪਿਆਸੀ ਦਿਨਸ ਰਾਤ। ਜਿਸ ਕਰਕੇ ਇਹ ਸੋਚ ਬਣੀ ਰਹਿੰਦੀ ਹੈ ਦਰਸ਼ਨ ਪਿਆਸੀ ਦਿਨਸ ਰਾਤ ਕੇ ਪਰਮਾਤਮਾ ਮੈਨੂੰ ਤੇਰੀ ਤਾਂਘ ਹੈ। ਸਤ ਸੰਗਤ ਮੈਂ ਬੇਨਤੀ ਕਰਾਂ, ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਵਾਸਤੇ ਭਗਤ ਸਹਿਬਾਨ ਬਚਨ ਕਰਦੇ ਹਨ, ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਜਿਸ ਨੂੰ ਭਗਤ ਸਹਿਬਾਨਾਂ ਨੇ, ਭੱਟ ਸਹਿਬਾਨਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦਾ ਰੂਪ ਦੱਸਿਆ। ਗੁਰੂ ਅਰਜਨ ਸਾਹਿਬ ਨੂੰ ਪਰਮਾਤਮਾ ਦੱਸਦੇ ਹਨ ਗੁਰ ਅਰਜਨ ਪ੍ਰਤੱਖ ਹਰ। ਕਹਿਣ ਦਾ ਭਾਵ ਗੁਰੂ ਅਰਜਨ ਸਾਹਿਬ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਹਨ। ਉਹ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਹਨ, ਦਰਸ਼ਨ ਪਿਆਸੇ ਦਿਨਸ ਰਾਤ, ਕਿ ਅਜੇ ਵੀ ਪਰਮਾਤਮਾ ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ। ਸਤ ਸੰਗਤ ਥੋੜਾ ਜਿਹਾ ਵਿਸਤਾਰ ਨਾਲ ਚੱਲਣਾ। ਸਤਿਗੁਰੂ ਜੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਬਚਨ ਕਰਦੇ ਹਨ, ਕਈ ਕੋਟ ਭੈ ਬੈਰਾਗੀ। ਕਹਿੰਦੇ ਪ੍ਰਮਾਤਮਾ ਤੇਰੇ ਦਰਸ਼ਨਾਂ ਦੀ ਤਾਂਘ ਐਸੀ ਹੈ, ਤੇਰੇ ਦਰਸ਼ਨ ਦੀ ਪਿਆਸ ਐਸੀ ਹੈ, ਜਿਸ ਕਰਕੇ ਸੰਸਾਰ ਦੇ ਉੱਤੇ ਕਈ ਕੋਟ ਭੈ ਬੈਰਾਗੀ, ਪਤਾ ਨਹੀਂ ਕਿਤਨੇ ਕੁ ਬੈਰਾਗੀ ਬਣ ਕੇ ਤੁਰੇ ਫਿਰਦੇ ਹਨ, ਜਿਹੜੇ ਤੇਰੇ ਦਰਸ਼ਨਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਪਾਰ ਬ੍ਰਹਮ ਤਿਨ ਸੰਗ, ਪਾਰ ਬ੍ਰਹਮ ਸੰਗ ਤਿਨ ਲਿਵ ਲਾਗੀ। ਕਹਿੰਦੇ ਪ੍ਰਮਾਤਮਾ ਐ ਵਾਹਿਗੁਰੂ ਜਿਹੜੇ ਬੈਰਾਗੀ ਬਣੇ ਫਿਰਦੇ ਹਨ, ਮੁੱਦਾ ਉਹਨਾਂ ਦਾ ਵੀ ਕੇਵਲ ਇੱਕ ਹੀ ਹੈ, ਤੇਰੇ ਦਰਸ਼ਨਾਂ ਦੀ ਲਿਵ, ਤੇਰੇ ਨਾਲ ਪ੍ਰੀਤ ਨੂੰ ਜੋੜਨਾ, ਤੇਰੇ ਨਾਲ ਪਿਆਰ ਨੂੰ ਜੋੜਨਾ। ਕਈ ਕੋਟ ਭੈ ਬੈਰਾਗੀ, ਪਾਰ ਬ੍ਰਹਮ ਸੰਗ ਤਿਲ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜਨ, ਤੇ ਪ੍ਰਮਾਤਮਾ ਕਈ ਐਸੇ ਤੁਰੇ ਫਿਰਦੇ ਹਨ ਜਿਹੜੇ ਉਸ ਰੱਬ ਨੂੰ ਖੋਜਦੇ ਫਿਰਦੇ ਹਨ। ਕਈ ਕੋਟ ਭੈ ਬੈਰਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਹਿੰਦੇ ਐਸੇ ਤੁਰੇ ਫਿਰਦੇ ਹਨ ਜਿਹੜੇ ਉਸ ਪਰਮਾਤਮਾ ਨੂੰ ਖੋਜਦੇ ਫਿਰਦੇ ਹਨ। ਸਤਿਗੁਰੂ ਜੀ ਨੇ ਪਹਿਲਾ ਬਚਨ ਕੀਤਾ ਬੈਰਾਗੀ ਬਣ ਕੇ ਖੋਜਦੇ ਹਨ, ਦੂਸਰਾ ਬਚਨ ਕਰਦੇ ਹਨ ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਈ ਪ੍ਰਮਾਤਮਾ ਤੇਰੇ ਭਗਤ ਐਸੇ ਹਨ, ਉਹ ਆਪਣੇ ਅੰਤਰ ਆਤਮੇ ਦੇ ਵਿੱਚੋਂ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਅਗਲਾ ਬਚਨ ਕਰਦੇ ਹਨ ਕਈ ਕੋਟ ਦਰਸ਼ਨ ਪ੍ਰਭ ਪਿਆਸ। ਪ੍ਰਮਾਤਮਾ ਪਤਾ ਨਹੀਂ ਕਰੋੜਾਂ ਹਨ। ਸਾਧ ਸੰਗਤ ਕੋਟ ਸ਼ਬਦ ਦਾ ਭਾਵ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਰੋੜਾਂ। ਕਹਿੰਦੇ ਪ੍ਰਮਾਤਮਾ ਕਰੋੜਾਂ ਹੀ ਹਨ, ਕਈ ਕਰੋੜਾਂ, ਕਈ ਕੋਟ ਦਰਸ਼ਨ ਪ੍ਰਭ ਪਿਆਸ। ਕਹਿੰਦੇ ਕਈ ਕਰੋੜਾਂ ਐਸੇ ਹਨ ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਕਿਉਂਕਿ ਸਤ ਸੰਗਤ ਮੈਂ ਬੇਨਤੀ ਕਰਾਂ, ਜੇਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਸੋਚ ਨੂੰ ਲੈ ਕੇ ਤੁਰੀਏ, ਜੇਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਵਿਚਾਰ ਨੂੰ ਲੈ ਕੇ ਤੁਰੀਏ, ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਦਰਸ਼ਨ ਪਿਆਸੀ ਦਿਨਸ ਰਾਤ। ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਹਿਰਦੇ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਮੇਰੇ ਹਿਰਦੇ ਦੇ ਵਿੱਚ ਪ੍ਰਮਾਤਮਾ ਤੇਰੇ ਨਾਮ ਦੀ ਪਿਆਸ ਲੱਗੀ ਹੋਈ ਹੈ। ਕਈ ਕੋਟ ਦਰਸ਼ਨ ਪ੍ਰਭ ਪਿਆਸ। ਪ੍ਰਮਾਤਮਾ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਤੇ ਜਿਨ੍ਹਾਂ ਨੂੰ ਸੱਚ ਜਾਣਿਓ ਪਿਆਸ ਲੱਗਦੀ ਹੈ, ਜਿਨ੍ਹਾਂ ਨੂੰ ਪਿਆਸ ਲੱਗਦੀ ਹੈ, ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਉਹਨਾਂ ਨੂੰ ਪ੍ਰਮਾਤਮਾ ਮਿਲ ਵੀ ਜਾਂਦਾ ਹੈ। ਸਤ ਸੰਗਤ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਸਾਂਝਾ ਕਰਾਂ। ਜੇਕਰ ਇੱਕ ਦਿਨ ਕਥਾ ਵਿੱਚ ਗਿਆਨੀ ਜੀ ਬਚਨ ਕਰ ਰਹੇ ਸਨ ਕਿ ਕਿਸੇ ਵੀ ਇਨਸਾਨ ਨੂੰ ਜਿਸ ਨੂੰ ਉਸ ਚੀਜ਼ ਦੀ ਸਖਤ ਜ਼ਰੂਰਤ ਹੈ, ਰਾਜਸਥਾਨ ਇਲਾਕੇ ਦੇ ਉਸ ਧੂਲ ਭਰੇ ਰੇਤ ਭਰੇ ਇਲਾਕੇ ਦੇ ਵਿੱਚ ਛੱਡ ਦਿੱਤਾ ਜਾਵੇ, ਉਸ ਨੂੰ ਕਿਸੇ ਪਾਸੋਂ ਵੀ ਉਹ ਚੀਜ਼ ਮਿਲਣ ਦੇ ਆਸਾਰ ਨਾ ਹੋਣ, ਕੋਈ ਵੀ ਸੰਭਾਵਨਾ ਨਾ ਹੋਵੇ। ਜੇਕਰ ਉਸ ਨੂੰ ਸਖਤ ਜ਼ਰੂਰਤ ਹੈ, ਉਸ ਦੇ ਜੀਵਨ ਦਾ ਉਹ ਮੁੱਖ ਅੰਗ ਹੈ ਜਿਸ ਚੀਜ਼ ਦੀ ਉਸ ਨੂੰ ਜ਼ਰੂਰਤ ਹੈ, ਉਹ ਸ਼ਾਮ ਤੱਕ ਕਿਤੇ ਨਾ ਕਿਤੇ ਜ਼ਰੂਰ ਲੱਭ ਕੇ ਲੈ ਆਵੇ।
ਜੇਕਰ ਉਸ ਦੇ ਜੀਵਨ ਵਿੱਚ ਉਸ ਚੀਜ਼ ਦੀ ਸਖਤ ਜ਼ਰੂਰਤ ਹੈ, ਉਹ ਸ਼ਾਮ ਤੱਕ ਕਿਤੇ ਨਾ ਕਿਤੇ ਲੱਭ ਕੇ ਜ਼ਰੂਰ ਲੈ ਆਵੇਗਾ। ਬਖਸ਼ਿਸ਼ ਕਰਦੇ ਹਨ, ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ਼, ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ। ਕਿਉਂਕਿ ਸਤਸੰਗ ਜਿਨ੍ਹਾਂ ਦੇ ਅੰਦਰ, ਮੈਂ ਫਿਰ ਬੇਨਤੀ ਕਰਾਂ, ਉਸ ਨਾਮ ਦੀ ਤਾਂਘ ਲੱਗਦੀ ਹੈ, ਜਿਸ ਨੂੰ ਉਸ ਪਰਮਾਤਮਾ ਦੇ ਨਾਮ ਦੀ ਪਿਆਰ ਲੱਗਦੀ ਹੈ। ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਆਉਂਦਾ ਹੈ ਕਿ ਰੱਬ ਪਰਮਾਤਮਾ ਇੱਕ ਪਪੀਆ ਬਣਾਇਆ ਹੋਇਆ ਜੀਵ ਉਸ ਦਾ ਐਸਾ ਹੈ ਜਿਸ ਦੇ ਅੰਦਰ ਇਤਨੀ ਸਵਾਤੀ ਬੂੰਦ ਦੀ ਇਤਨੀ ਪਿਆਸ ਹੈ ਕਿ ਉਹ ਦੂਸਰਾ ਪਾਣੀ ਨਹੀਂ ਪੀ ਸਕਦਾ ਜਿਤਨਾ ਚਿਰ ਉਸ ਨੂੰ ਉਹ ਬੂੰਦ ਨਾ ਮਿਲੇ। ਇਨਸਾਨ ਦੀ ਦਸ਼ਾ ਬਿਆਨ ਕਰਦੇ ਹਨ, ਕਹਿੰਦੇ ਆਲ ਚਲ ਆਵਤ ਕਮਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਨ ਪ੍ਰਹਾਰ ਹੈ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ, ਦੀਪ ਕਰ ਮਹਾ ਵਿਪਰੀਤ ਮਿਲੇ ਜਾਰ ਹੈ। ਆਲ ਚਲ ਆਵਤ ਕਮਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਨ ਪ੍ਰਹਾਰ ਹੈ। ਮਨ ਬਚ ਕਰਮ ਮੀਨ ਲਿਵ ਲੀਨ ਗਤ, ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ। ਸਤ ਸੰਗਤ ਖਿਆਲ ਕਰਿਓ, ਅਲ ਤੋਂ ਭਾਵ ਹੁੰਦਾ ਹੈ ਭੌਰਾ। ਅਲ ਚਲ ਆਵਤ ਕਮਲ ਪੈ ਸਨੇਹ ਕਰ, ਕਹਿੰਦੇ ਭੌਰੇ ਨੂੰ ਉਸ ਕਮਲ ਦੇ ਫੁੱਲ ਦੇ ਨਾਲ ਇਤਨਾ ਪਿਆਰ ਹੈ ਕਿ ਉਸ ਪਿਆਰ ਦੇ ਖਾਤਰ, ਉਸ ਪ੍ਰੀਤ ਤਾਂਗ ਦੇ ਖਾਤਰ ਉਸ ਕਮਲ ਦੇ ਫੁੱਲ ਦੇ ਕੋਲ ਚੱਲ ਕੇ ਆਉਂਦਾ ਹੈ। ਕਮਲ ਸੰਪਟ ਬਾਂਧ, ਲੇਕਿਨ ਉਸ ਕਮਲ ਦੇ ਫੁੱਲ ਨੂੰ ਭੌਰੇ ਦੇ ਨਾਲ ਪਿਆਰ ਨਹੀਂ। ਕਮਲ ਸੰਪਟ ਬਾਂਧ ਜਦੋਂ ਸ਼ਾਮ ਦਾ ਸਮਾਂ ਆਉਂਦਾ ਹੈ, ਕਮਲ ਇੱਕ ਡੱਬੇ ਦੇ ਵਾਂਗਰਾ, ਸੰਪਟ ਦਾ ਭਾਵ ਹੁੰਦਾ ਹੈ ਡੱਬਾ, ਡੱਬੇ ਦੇ ਵਾਂਗਰਾ ਬੰਦ ਹੁੰਦਾ ਹੈ, ਤੇ ਜਦੋਂ ਬੰਦ ਹੁੰਦਾ ਹੈ ਭੌਰਾ ਉਸ ਦੇ ਵਿੱਚ ਬੰਦ ਹੁੰਦਾ ਹੈ। ਕਮਲ ਸੰਪਟ ਬਾਂਧ ਪ੍ਰਾਨ ਪ੍ਰਹਾਰ ਹੈ। ਸਵੇਰ ਤੱਕ ਉਸ ਭੌਰੇ ਨੂੰ ਆਕਸੀਜਨ ਨਹੀਂ ਮਿਲਦੀ, ਉਸ ਦੀ ਡੈਥ ਹੋ ਜਾਂਦੀ ਹੈ। ਮੈਂ ਬੇਨਤੀ ਕਰਾਂ, ਇਸ ਪਾਵਨ ਸਵਈਏ ਦੇ ਵਿੱਚ ਤਾਂਗ ਉਸ ਭੌਰੇ ਨੂੰ ਕਮਲ ਦੇ ਨਾਲ ਹੈ, ਨਾ ਤਾਂ ਕਿ ਉਸ ਕਮਲ ਦੀ ਭੌਰੇ ਦੇ ਨਾਲ। ਅਲ ਚਲ ਆਵਤ ਕਮਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਨ ਪ੍ਰਹਾਰ ਹੈ। ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲਗ, ਕਹਿੰਦੇ ਦੀਵੇ ਦੇ ਨਾਲ ਉਸ ਉੜ ਰਹੇ ਪਤੰਗੇ ਨੂੰ ਇਤਨਾ ਪਿਆਰ ਹੈ ਕਿ ਉਹ ਦੀਵੇ ਦੇ ਕੋਲ ਚੱਲ ਕਰ ਆਉਂਦਾ ਹੈ। ਤੇ ਜਦੋਂ ਦੀਵੇ ਦੇ ਕੋਲ ਚੱਲ ਕਰ ਆਉਂਦਾ ਹੈ, ਅੱਜ ਸਾਡੇ ਕੋਲ ਬਲਬ ਹਨ। ਆਪ ਜੀ ਨੇ ਦੇਖਿਆ ਹੋਵੇਗਾ, ਜਦੋਂ ਪੁਰਾਣੇ ਸਮੇਂ ਵਾਲੇ ਬਲਬ 100 ਵਾਟ ਦੇ ਬਲਬ ਜਦੋਂ ਘਰ ਵਿੱਚ ਲਾਏ ਜਾਂਦੇ ਸਨ, ਕੋਈ ਵੀ ਕੀੜਾ ਮਕੌੜਾ ਉਹਨਾਂ ਦੇ ਨਾਲ ਜਾ ਕੇ ਟੱਚ ਕਰਦਾ ਸੀ ਤੇ ਉਹ ਇਤਨਾ ਹੀਟ ਹੁੰਦਾ ਸੀ ਕਿ ਕੀੜਾ ਸੜ ਕੇ ਸੁਆਹ ਹੋ ਜਾਂਦਾ ਸੀ, ਕਿਉਂਕਿ ਉਸ ਪਤੰਗੇ ਨੂੰ ਚਾਨਣੀ ਦੇ ਨਾਲ, ਦੀਵੇ ਦੇ ਨਾਲ ਪਿਆਰ ਹੈ। ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲਗ, ਦੀਪ ਕਰ ਮਹਾ ਵਿਪਰੀਤ, ਲੇਕਿਨ ਉਹ ਜਿਹੜਾ ਵਿਪਰੀਤ ਤੋਂ ਅਰਥ ਹੁੰਦਾ ਹੈ ਉਲਟਾ। ਜਿਹੜਾ ਦੀਪਕ ਹੈ, ਬਲਬ ਹੈ, ਉਸ ਪਤੰਗੇ ਦੇ ਨਾਲ ਬੜਾ ਉਲਟਾ ਕਰਦਾ ਹੈ। ਜਦੋਂ ਪਤੰਗਾ ਉਸ ਦੇ ਨਾਲ ਜਾਂਦਾ ਹੈ, ਲਾਗੇ ਜਾਂਦਾ ਹੈ, ਟੱਚ ਕਰਦਾ ਹੈ, ਪਤੰਗਾ ਸੜ ਕੇ ਸੁਆਹ ਹੋ ਕੇ ਥੱਲੇ ਡਿੱਗ ਜਾਂਦਾ ਹੈ। ਦੀਪ ਕਰ ਮਹਾ ਵਿਪਰੀਤ ਮਿਲੇ ਜਾਰ ਹੈ, ਉਸ ਨੂੰ ਜਾਰ ਕੇ ਸੁਆਹ ਕਰ ਦਿੰਦਾ ਹੈ। ਅਗਲਾ ਬਚਨ ਕਰਦੇ ਹਨ, ਮਨ ਬਚ ਕਰਮ ਮੀਨ ਲਿਵ ਲੀਨ ਗਤ, ਕਹਿੰਦੇ ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ ਮਛਲੀ ਨੂੰ ਪਾਣੀ ਦੇ ਨਾਲ ਇਤਨਾ ਪਿਆਰ ਹੈ। ਮਨ ਬਚ ਕਰਮ ਮੀਨ ਲਿਵ ਲੀਨ ਗਤ, ਬਿਸ਼ਰਤ ਰਾਖ ਨਾ ਸਕਤ। ਜੇਕਰ ਉਸ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਸਾਈਡ ਕਰ ਦਿੱਤਾ ਜਾਵੇ ਤੇ ਉਹ ਪਾਣੀ ਤੋਂ ਬਿਨਾਂ ਆਪਣੇ ਆਪ ਨੂੰ ਮਰੇ ਹੋਏ ਮਹਿਸੂਸ ਕਰਦੀ ਹੈ। ਬਿਸ਼ਰਤ ਰਾਖ ਨਾ ਸਕਤ ਗਹਿ ਡਾਰ ਹੈ, ਕਹਿੰਦੇ ਮਹਿਸੂਸ ਹੀ ਨਹੀਂ ਕਰਦੀ, ਗਹਿ ਡਾਰ ਹੈ। ਗਹਿ ਤੋਂ ਭਾਵ ਆਪਣੇ ਪ੍ਰਾਣਾਂ ਨੂੰ ਤਿਆਗ ਦਿੰਦੀ ਹੈ। ਕਹਿੰਦੇ ਇੱਕ ਗੁਰਸਿੱਖ, ਇੱਕ ਗੁਰੂ ਦਾ, ਉਸ ਰੱਬ ਮਾਲਕ ਦਾ ਬਣਾਇਆ ਹੋਇਆ ਇਨਸਾਨ ਹੀ ਐਸਾ ਹੈ, ਦੁਖਦਾਈ ਪ੍ਰੀਤ ਕੀ ਪ੍ਰਤੀਤ ਕੇ ਮੜੇ ਮਰੇ ਨਾ ਟਰੈ। ਕਹਿੰਦੇ ਜਿਹੜੀ ਸੰਸਾਰ ਦੀ ਪ੍ਰੀਤ ਇਤਨੀ ਦੁਖਨਾਈ ਹੈ, ਜਿਸ ਕਰਕੇ ਅੱਜ ਇਨਸਾਨ ਦਾ ਮਨ ਇਤਨਾ ਦੁਖੀ ਹੈ, ਜਿਸ ਕਰਕੇ ਅੱਜ ਇਨਸਾਨ ਦਾ ਮਨ ਇਤਨਾ ਫਸਿਆ ਹੋਇਆ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੇ ਮਰੇ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਸੁਖਦਾਈ ਪ੍ਰੀਤ ਬਖਸ਼ਿਸ਼ ਕਰਦੇ ਹਨ, ਦਰਸ਼ਨ ਪਿਆਸੇ ਦਿਨਸ ਰਾਤ ਚਿਤਮੋ ਅੰਦਿਨ ਨੀਤ, ਖੋਲ ਕਪਟ ਗੁਰ ਮਿਲਿਆ ਨਾਨਕ ਕਰ ਸਕ। ਕਹਿੰਦੇ ਆ ਪਿਆਰਿਆ, ਇਸ ਪ੍ਰੀਤ ਨੂੰ ਕਿਉਂ ਛੱਡਿਆ ਹੈ? ਸਤ ਸੰਗਤ ਮੈਂ ਬੇਨਤੀ ਕਰਾਂ, ਇਸ ਪ੍ਰੀਤ ਦੀ ਖਾਤਰ ਬਾਬਾ ਫਰੀਦ ਸਾਹਿਬ ਬਚਨ ਕਰਦੇ ਹਨ ਕਿ ਇਸ ਪ੍ਰੀਤ ਨੂੰ ਪਾਉਣ ਦੇ ਲਈ, ਜਿਸ ਨੂੰ ਅੱਜ ਗੁਰਸਿੱਖ ਨੇ ਭੁਲਾਇਆ ਹੋਇਆ ਹੈ, ਉਸ ਪ੍ਰੀਤ ਨੂੰ ਪਾਉਣ ਦੇ ਲਈ ਜੇਕਰ ਪ੍ਰਮਾਤਮਾ ਦੇ ਰਾਹ ਤੇ ਮੈਂ ਪੈਰਾਂ ਨਾਲ ਚੱਲਣਾ ਥੱਕ ਜਾਵਾਂ, ਮੈਂ ਸਿਰ ਨਾਲ ਚੱਲਣ ਨੂੰ ਵੀ ਤਿਆਰ ਹਾਂ, ਪਰ ਸ਼ਰਤ ਮੇਰੀ ਹੈ ਪ੍ਰਮਾਤਮਾ ਦੇ ਨਾਲ ਪ੍ਰੀਤ ਪੈਣੀ ਚਾਹੀਦੀ ਹੈ। ਬਾਬਾ ਫਰੀਦ ਸਾਹਿਬ ਦਾ ਬਚਨ ਆਉਂਦਾ ਹੈ,
ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪਿਰੀ ਮਿਲਨ। ਕਹਿੰਦੇ ਤਨ ਤਪੈ ਤਨੂਰ ਜਿਉ, ਤਨੂਰ ਤੋਂ ਭਾਵ ਹੁੰਦਾ ਹੈ ਪੁਰਾਤਨ ਸ਼ਬਦ ਹੈ ਜਿਸ ਨੂੰ ਅੱਜ ਤੰਦੂਰ ਕਹਿੰਦੇ ਆ ਅਸੀਂ। ਕਹਿੰਦੇ ਜਿਸ ਤਰੀਕੇ ਦੇ ਨਾਲ ਤੰਦੂਰ ਤਪਦਾ ਹੈ, ਮੈਨੂੰ ਇਹ ਸ਼ਰਤ ਮਨਜ਼ੂਰ ਹੈ ਕਿ ਮੇਰਾ ਤਨ ਵੀ ਉਸੇ ਤਰੀਕੇ ਨਾਲ ਤਪੇ ਤੇ ਮੈਂ ਸਹਾਰਨ ਨੂੰ ਤਿਆਰ ਹਾਂ। ਤਨ ਤਪੈ ਤਨੂਰ ਜਿਉ, ਕਹਿੰਦੇ ਤੰਦੂਰ ਦੇ ਵਾਂਗਰਾਂ ਜੇਕਰ ਮੇਰਾ ਤਨ ਤਪੇ ਤੇ ਮੈਂ ਉਹ ਸ਼ਰਤ ਮਨਜ਼ੂਰ ਹੈ, ਉਸ ਦੁੱਖ ਨੂੰ ਸਹਾਰਨ ਦੇ ਲਈ ਤਿਆਰ ਹਾਂ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਜਿਸ ਤਰੀਕੇ ਦੇ ਨਾਲ ਉਸ ਤੰਦੂਰ ਦੇ ਵਿੱਚ ਬਾਲਣ ਬਲ ਕੇ ਸੁਆਹ ਹੁੰਦਾ ਹੈ, ਜਿਸ ਤਰੀਕੇ ਦੇ ਨਾਲ ਉਹ ਬਾਲਣ ਬਣਦਾ ਹੈ, ਲੱਕੜੀਆਂ ਨੂੰ ਅੱਗ ਲੱਗਦੀਆਂ ਹਨ, ਉਹ ਲੱਕੜੀਆਂ ਸੁਆਹ ਹੋ ਜਾਂਦੀਆਂ ਹਨ। ਕਹਿੰਦੇ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਮੈਂ ਆਪਣੇ ਹੱਡਾਂ ਨੂੰ ਉਸ ਬਾਲਣ ਦੀ ਵਾਂਗਰਾ ਬਾਲਣ ਲਈ ਵੀ ਤਿਆਰ ਹਾਂ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾਂ। ਅਗਲਾ ਬਚਨ ਕਰਦੇ ਹਨ, ਪਰਮਾਤਮਾ ਦੇ ਰਾਹ ਤੇ ਤੁਰਨਾ ਹੈ। ਜੇਕਰ ਮੈਂ ਪੈਰੀ ਥੱਕਾਂ, ਪੈਰਾਂ ਨਾਲ ਚੱਲਦਾ ਚੱਲਦਾ ਥੱਕ ਵੀ ਜਾਵਾਂ, ਸਿਰ ਜੁਲਾਂ, ਮੈਂ ਸਿਰ ਦੇ ਪੈਰਾਂ ਭਾਰ ਛੱਡ ਕੇ ਸਿਰ ਦੇ ਭਾਰ ਉਲਟਾ ਤੁਰਨ ਨੂੰ ਵੀ ਤਿਆਰ ਹਾਂ। ਪੈਰੀ ਥੱਕਾਂ ਸਿਰ ਜੁਲਾਂ, ਪਰ ਸ਼ਰਤ ਮੇਰੀ ਹੈ ਜੇ ਮੂੰ ਪਿਰੀ ਮਿਲਨ। ਕਹਿੰਦੇ ਇਤਨੀ ਪ੍ਰਮਾਤਮਾ ਦੇ ਅੰਦਰ ਦੀ ਤਾਂਘ ਹੈ, ਆਪਣਾ ਤਨ ਤਨੂਰ ਵਾਂਗੂ ਤਾਪਣ ਲਈ ਤਿਆਰ ਹਨ, ਆਪਣੀਆਂ ਹੱਡੀਆਂ ਆਪਣਾ ਮਾਸ ਬਾਲਣ ਵਾਂਗੂ ਬਾਲਣ ਲਈ ਤਿਆਰ ਹਨ, ਪੈਰਾਂ ਨਾਲ ਥੱਕ ਜਾਣ ਸਿਰ ਨਾਲ ਚੱਲਣ ਲਈ ਤਿਆਰ ਹਨ। ਜੇ ਮੂੰ ਪਿਰੀ ਮਿਲਨ, ਬਸ ਉਸ ਪਰਮਾਤਮਾ ਦੇ ਤਾਂਘ ਹੋਣੀ ਚਾਹੀਦੀ ਹੈ, ਉਸ ਪਰਮਾਤਮਾ ਦਾ ਪਿਆਰ ਹੋਣਾ ਚਾਹੀਦਾ ਹੈ। ਅਗਲਾ ਬਚਨ ਕਰਦੇ ਹਨ, ਕਹਿੰਦੇ ਪਿਆਰਿਆ, ਉਸ ਗੁਰੂ ਦੇ ਦਰ ਤੇ ਜੇਕਰ ਇਸ ਤਰੀਕੇ ਨਾਲ ਜਾਵੇਗਾ, ਲੋੜ ਨਹੀਂ ਹੈ, ਕਿਉਂਕਿ ਗੁਰੂ ਤੇ ਬੜਾ ਨਿਮਰਤਾ ਵਾਲਾ ਹੈ, ਉਹ ਗੁਰੂ ਦਾ ਪਿਆਰ ਹੀ ਬਹੁਤ ਹੈ। ਕਹਿੰਦੇ ਤਨ ਨਾ ਤਪਾਏ ਤਨੂਰ ਜਿਉ, ਕਹਿੰਦੇ ਤਨ ਨੂੰ ਤਨੂਰ ਦੇ ਵਾਂਗਰਾ ਤਪਾਉਣ ਦੀ ਲੋੜ ਨਹੀਂ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਆਪਣੇ ਹੱਡਾਂ ਨੂੰ ਵੀ ਉਸ ਬਾਲਣ ਦੇ ਵਾਂਗਰਾ ਬਾਲਣ ਦੀ ਲੋੜ ਨਹੀਂ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ। ਕਹਿੰਦੇ ਸਿਰ ਪੈਰਾਂ ਦਾ ਕੋਈ ਦੋਸ਼ ਨਹੀਂ, ਤੇ ਉਸ ਪ੍ਰਮਾਤਮਾ ਦੇ ਦਿੱਤੇ ਹੋਏ ਰੱਬ ਦੇ ਅੰਗ ਹਨ। ਅੰਦਰ ਪੀਰੀ ਨਿਹਾਲ, ਕਹਿੰਦੇ ਆਪਣੇ ਅੰਦਰੋਂ ਤਾਂਗ ਪੈਦਾ ਕਰ, ਆਪਣੇ ਅੰਦਰੋਂ ਪ੍ਰੇਮ ਪੈਦਾ ਕਰ। ਸਤ ਸੰਗਤ ਮੈਂ ਬੇਨਤੀ ਕਰਾਂ, ਜਿਸ ਦਿਨ ਰਾਧਾ ਫਤਿਹ ਚੰਦ ਦੀ ਮੈਣੀ ਰਾਣੀ ਨੇ ਆਪਣੇ ਅੰਦਰੋਂ ਪ੍ਰੀਤ ਪੈਦਾ ਕੀਤੀ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਉਹਨਾਂ ਦੀ ਗੋਦੀ ਵਿੱਚ ਬੈਠ ਕੇ ਉਸ ਮਾਤਾ ਦੀ ਪੁੱਤਰ ਦੀ ਪ੍ਰੀਤ ਵੀ ਪੂਰੀ ਕਰ ਦਿੱਤੀ ਸੀ। ਕਹਿੰਦੇ ਅੰਦਰ ਪੀਰੀ ਸੋ ਨਿਹਾਲ, ਕਹਿੰਦੇ ਅੰਦਰੋਂ ਉਸ ਰੱਬ ਦੇ ਦਰਸ਼ਨ ਕਰ, ਅੰਦਰੋਂ ਰੱਬ ਨੂੰ ਦੇਖਣ ਦੀ ਕੋਸ਼ਿਸ਼ ਕਰ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੇ, ਮਿੱਤਰ ਸਾਡੜੇ ਸੇ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਸਿਰ ਪੈਰੀ ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪਿਰੀ ਮਿਲਨ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਆਲ। ਕਹਿੰਦੇ ਹਉ ਤੂੰ ਡੇਂਦੀ ਸੱਜਣਾ, ਕਹਿੰਦੇ ਜਿੰਨਾ ਸੱਜਣਾ ਨੂੰ ਲੱਭ ਰਿਹਾ ਹੈ, ਜਿਸ ਦੇ ਲਈ ਤਾਂਗ ਪੈਦਾ ਕੀਤੀ ਹੈ, ਜਿਸ ਦੇ ਲਈ ਤਾਂਗ ਪੈਦਾ ਕਰਨੀ ਹੈ, ਸੱਜਣ ਮਹਿੰਡੇ ਨਾਲ, ਕਹਿੰਦੇ ਉਹ ਮੇਰੇ ਨਾਲ ਹਨ। ਤੇਰੇ ਹਿਰਦੇ ਦੇ ਵਿੱਚ ਹੈ, ਤੇਰੇ ਅੰਦਰ ਵਸ ਰਿਹਾ। ਪਹਿਲਾ ਬਚਨ ਹੀ ਆਪ ਜੀਆਂ ਨੇ ਸਰਵਣ ਕੀਤਾ, ਇੱਕ ਓੰਕਾਰ, ਇੱਕ ਤੋਂ ਭਾਵ ਉਹ ਪਰਮਾਤਮਾ ਆਪ। ਉਹ ਓੰਕਾਰ ਤੋਂ ਭਾਵ ਜਿਸ ਦੀ ਸਾਰੀ ਸ੍ਰਿਸ਼ਟੀ ਹੈ, ਉਸ ਵਿੱਚ ਵਿਆਪਕ ਹੈ। ਸਤ ਜਿਸ ਦਾ ਨਾਮ ਅਟਲ ਹੈ, ਗੁਰ ਪ੍ਰਸਾਦ ਜੋ ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲੱਖ ਨਾ ਲਖੀਏ। ਬੜਾ ਪਿਆਰਾ ਅਖੀਰ ਦੇ ਵਿੱਚ ਸਿਧਾਂਤ ਬਖਸ਼ਿਸ਼ ਕਰਦੇ ਹਨ, ਨਾਨਕ ਅਲੱਖ ਨਾ ਲਖੀਏ। ਪਿਆਰਿਆ, ਦੁਨੀਆ ਦੇ ਰੰਗਾਂ ਦੇ ਤਮਾਸ਼ਿਆਂ ਦੇ ਚਿੰਨ੍ਹਾਂ ਦੇ ਵਿੱਚ ਰੱਬ ਨੇ ਨਹੀਂ ਮਿਲਣਾ। ਨਾਨਕ ਅਲੱਖ ਨਾ ਰੱਖੀਏ, ਗੁਰਮੁਖ ਦੇ ਦਿਖਾਲ। ਇਹ ਗੁਰੂ ਦਾ ਰਾਹ ਇੱਕ ਐਸਾ ਹੈ, ਗੁਰੂ ਦੀ ਸੋਚ ਐਸੀ ਹੈ, ਗੁਰੂ ਦੀ ਵਿਚਾਰ ਐਸੀ ਹੈ, ਗੁਰੂ ਦਾ ਸਿਧਾਂਤ ਐਸਾ ਹੈ, ਗੁਰਮੁਖ ਦੇ ਦਿਖਾਲ, ਜਿਹੜਾ ਤੈਨੂੰ ਉਸ ਰੱਬ ਦਾ ਰਸਤਾ ਦਿਖਾ ਸਕਦਾ ਹੈ। ਬਖਸ਼ਿਸ਼ ਕਰਦੇ ਹਨ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗਮੀ। ਜਦੋਂ ਮੇਰੇ ਅੰਦਰ ਉਸ ਪਰਮਾਤਮਾ ਦੀ ਤੜਫ ਕਹਿ ਲਈਏ, ਤਾਂਗ ਕਹਿ ਲਈਏ, ਪ੍ਰੀਤ ਕਹਿ ਲਈਏ, ਉਸ ਰੱਬ ਦੇ ਨਾਲ ਦੀ ਪ੍ਰੀਤ ਪੈਦਾ ਹੋਈ, ਉਸ ਦੇ ਅੰਦਰ ਦੇ ਝਾਕਣ ਆਪਣੇ ਅੰਦਰ ਝਾਕਿਆ, ਉਸ ਦੇ ਨਾਲ ਪਿਆਰ ਪੈਦਾ ਹੋਇਆ। ਕਹਿੰਦੇ ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। हे ਗੁਰੂ, हे ਨਾਨਕ, ਉਸ ਪਰਮਾਤਮਾ ਦੇ ਮੋਹ ਦੇ ਛੋੜ ਕੱਟ ਕੇ, ਮੋਹ ਦੇ ਬੰਧਨਾਂ ਨੂੰ ਦੂਰ ਕਰਕੇ
ਮੋਹ ਦੇ ਬੰਧਨਾਂ ਤੋਂ ਮੁਕਤੀ ਦਿਵਾ ਕੇ ਹਰ ਸੰਗ ਮੀਤ ਉਸ ਸੱਜਣ ਪ੍ਰਮਾਤਮਾ ਨੂੰ ਮਿਲਾ ਦਿੱਤਾ। ਸਾਧ ਸੰਗਤ ਪਹਿਲਾਂ ਬਚਨ ਸਰਵਣ ਕੀਤਾ, ਹਉ ਟੁੰਡੇਂਦੀ ਸੱਜਣਾ। ਬਾਬਾ ਫਰੀਦ ਸਾਹਿਬ ਪ੍ਰਮਾਤਮਾ ਲਈ ਸ਼ਬਦ ਵਰਤਦੇ ਹਨ, ਸੱਜਣ। ਹਉ ਟੁੰਡੇਂਦੀ ਸੱਜਣਾ, ਸੱਜਣ ਮੰਡੇ ਨਾਲ। ਸਤਿਗੁਰੂ ਜੀ ਸ਼ਬਦ ਵਰਤਦੇ ਹਨ, ਨਾਨਕ ਹਰ ਸੰਗ ਮੀਤ। ਉਸ ਮਿੱਤਰ ਪ੍ਰਮਾਤਮਾ ਨੂੰ ਮੇਰੇ ਨਾਲ ਮਿਲਾ ਦਿੱਤਾ, ਮੈਨੂੰ ਉਸ ਦੇ ਦਰਸ਼ਨ ਕਰਾ ਦਿੱਤੇ। ਬਖਸ਼ਿਸ਼ ਕਰਦੇ ਹਨ, ਸੁਣ ਯਾਰ ਹਮਾਰੇ ਸੱਜਣ। ਤੇ ਜਦੋਂ ਦਰਸ਼ਨ ਹੋਏ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਇਹ ਪ੍ਰਮਾਤਮਾ ਦੇਖੋ, ਗੁਰੂ ਦਾ ਪਰਮਾਤਮਾ ਦਾ ਪਿਆਰ ਦੇਖੋ। ਸਤ ਸੰਗਤ, ਗੁਰੂ ਸਾਹਿਬ ਸ਼ਬਦ ਵਰਤਦੇ ਹਨ ਉਸ ਅਕਾਲ ਪੁਰਖ ਦੇ ਲਈ, ਯਾਰ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨਤੀ ਹੈ। ਇਹ ਪ੍ਰਮਾਤਮਾ ਤੇਰੇ ਅੱਗੇ ਮੇਰੀ ਇੱਕ ਸਿੱਧੀ ਜੀ ਬੇਨਤੀ ਹੈ, ਤਿਸ ਮੋਹਨ ਲਾਲ ਪਿਆਰੇ ਔਰ ਫਿਰੋ ਖੁਜੰਤੀਆ। ਉਹ ਜਿਸ ਪ੍ਰਮਾਤਮਾ ਵਾਹਿਗੁਰੂ ਨੂੰ ਮੈਂ ਲੱਭਦਾ ਫਿਰਦਾ ਹਾਂ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ, ਜਿਸ ਨੂੰ ਮੈਂ ਲੱਭਦਾ ਫਿਰਦਾ ਹਾਂ, ਕਿਰਪਾ ਕਰ ਮੇਰੇ ਤੇ ਦਰਸ਼ਨ ਕਰ। ਉਹ ਪ੍ਰਮਾਤਮਾ ਦੇ ਨਾਲ ਮੇਰੀ ਪ੍ਰੀਤ ਜੋੜ ਦੇ, ਉਹ ਪ੍ਰਮਾਤਮਾ ਦੇ ਨਾਲ ਮੇਰਾ ਪਿਆਰ ਬਣਾ ਦੇ, ਉਸ ਪ੍ਰਮਾਤਮਾ ਦੇ ਨਾਲ ਮੈਨੂੰ ਮਿਲਾ ਦੇ। ਤਿਸ 10 ਪਿਆਰੇ, ਉਸ ਪ੍ਰਮਾਤਮਾ ਦੇ ਬਾਰੇ ਮੈਨੂੰ ਸੋਝੀ ਬਖਸ਼। 10 ਤੋਂ ਭਾਵ ਦੱਸਣਾ। ਇਹ ਵਾਹਿਗੁਰੂ ਜੀ, ਉਸ ਪ੍ਰਮਾਤਮਾ ਆਪਣੇ ਬਾਰੇ ਦੱਸਣਾ ਕਰੋ, ਆਪਣੇ ਬਾਰੇ ਮੇਰੇ ਨਾਲ ਬਾਤਚੀਤ ਜਿਸ ਨੂੰ ਵਾਰਤਾ ਕਹਿ ਲਈਏ ਉਹ ਕਰੋ। ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੇ, ਸਿਰ ਲਾ ਕੇ ਰੱਖ ਦਿਆਂਗਾ ਪ੍ਰਮਾਤਮਾ, ਆਪਣਾ ਸਿਰ ਲਾ ਕੇ ਰੱਖ ਦਿਆਂਗਾ, ਬਸ ਆਪਣੀ ਪ੍ਰੀਤ ਬਖਸ਼ ਦੇ। ਸਾਧ ਸੰਗਤ, ਮੈਂ ਬੇਨਤੀ ਕਰਾਂ, ਅੱਜ ਦਾ ਗੁਰਸਿੱਖ, ਅੱਜ ਸਾਡਾ ਜੀਵਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕਿ ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੇ। ਜੇਕਰ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਤੇ ਆਪਣੀ ਮੱਤ ਉਸ ਗੁਰੂ ਦੇ ਦਰ ਤੇ ਰੱਖ ਦੇ। ਐ ਪ੍ਰਮਾਤਮਾ ਆਹ ਵਾਲੀ ਰੱਖ ਲੈ, ਆਪਣੀ ਵਾਲੀ ਦੇ ਦੇ। ਮੈਂ ਬੇਨਤੀ ਕਰਾਂ, ਗੁਰੂ ਮੱਤ ਕਿੱਥੋਂ ਦੇਵੇਗਾ? ਅੱਜ ਸਾਡਾ ਮੱਥਾ ਟੇਕਣ ਦਾ ਤਰੀਕਾ ਹੀ ਬਦਲ ਗਿਆ। ਅੱਜ ਸਾਡਾ ਅਸੀਂ ਮੱਥਾ ਟੇਕਣ ਆਉਨੇ ਆ ਕੁਝ ਇਸ ਤਰੀਕੇ ਦੇ ਨਾਲ ਗੁਰੂ ਦੇ ਉੱਤੇ ਅਹਿਸਾਨ ਕੀਤਾ ਹੋਵੇ। ਅੱਜ ਅਸੀਂ ਗੁਰੂ ਦੇ ਦਰ ਤੇ ਆਉਨੇ ਆ ਜਿਵੇਂ ਗੁਰੂ ਤੇ ਅਹਿਸਾਨ ਕਰਨਾ ਹੋਵੇ। ਅੱਜ ਗੁਰੂ ਦੀ ਕਥਾ ਸੁਣਦੇ ਆ, ਗੁਰੂ ਦਾ ਕੀਰਤਨ ਸੁਣਦੇ ਆ, ਨਹੀਂ ਆਪਣੇ ਲਈ ਨਹੀਂ, ਗੁਰੂ ਤੇ ਅਹਿਸਾਨ ਕਰਦੇ ਆ ਕਿ ਹੋ ਸਕਦਾ ਹੈ ਇਹਦੇ ਨਾਲ ਕੁਝ ਫਾਇਦਾ ਹੋ ਜਾਵੇ। ਨਹੀਂ, ਬਖਸ਼ਿਸ਼ ਕਰਦੇ ਹਨ, ਤਿਸ 10 ਪਿਆਰੇ। ਜੇਕਰ ਕੋਈ ਪ੍ਰਮਾਤਮਾ ਦੀ ਦੱਸ ਰਿਹਾ ਹੈ, ਉਸਨੇ ਨਾਲ ਮਿਲਣ ਦੀ ਵਿਚਾਰ ਦੱਸ ਰਿਹਾ ਹੈ, ਤਰੀਕਾ ਦੱਸ ਰਿਹਾ ਹੈ, ਸਿਰ ਧਰੀ ਉਤਾਰੇ। ਸਿਧਾਂਤ ਹੋਣਾ ਚਾਹੀਦਾ ਹੈ, ਮੈਂ ਉੱਥੇ ਸਿਰ ਲਾ ਕੇ ਰੱਖਣ ਨੂੰ ਤਿਆਰ ਹਾਂ। ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰਗਾਰੇ, ਇੱਕ ਤਿਲ ਪੀ ਨਾਤੀ ਦੀਜੈ। ਮੇਰੀਆਂ ਅੱਖਾਂ ਪ੍ਰਮਾਤਮਾ ਦੇ ਪ੍ਰੇਮ ਨਾਲ ਰੰਗੀਆਂ ਜਾਣ। ਕਦੋਂ? ਸਿਰ ਉਤਾਰੇ, ਜਦੋਂ ਗੁਰੂ ਦੇ ਅੱਗੇ ਸਿਰ ਉਤਾਰ ਕੇ ਧਾਰਨ ਕੀਤਾ, ਗੁਰੂ ਦੇ ਅੱਗੇ ਸਿਰ ਰੱਖਿਆ। ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਪੀ ਨਾਤੀ ਦੀਜੈ। ਇੱਕ ਤਿਲ ਦਾ ਬਿਲਮ ਨਹੀਂ ਲੱਗਦਾ ਜਦੋਂ ਗੁਰੂ ਦੇ ਅੱਗੇ ਆ ਕੇ ਸਮਰਪਣ ਕੀਤਾ ਹੁੰਦਾ ਹੈ। ਤੇ ਗੁਰੂ ਵੀ ਸਰੂਪ, ਉਸ ਸਮਰਪਣ ਦੇ ਸਰੂਪ ਨੂੰ ਪ੍ਰਵਾਨ ਕਰਦਾ ਹੈ ਜਦੋਂ ਗੁਰੂ ਦੇ ਦਰ ਤੇ ਆ ਕੇ ਸਮਰਪਣ ਕੀਤਾ ਹੁੰਦਾ ਹੈ। ਤੇ ਸਾਧ ਸੰਗਤ, ਸਮਰਪਣ ਐਸੀ ਚੀਜ਼ ਹੈ, ਆਪਾਂ ਦੇਖਦੇ ਹਾਂ ਜਦੋਂ ਕੋਈ ਛੋਟਾ ਰਾਜਾ ਕਿਸੇ ਵੱਡੇ ਰਾਜੇ ਦੇ ਨਾਲ ਜੰਗ ਵਿੱਚ ਹਾਰਦਾ ਹੈ, ਅੱਗੇ ਉਹ ਸਮਰਪਣ ਕਰ ਦੇਵੇ, ਅੱਗੇ ਵਾਲਾ ਰਾਜਾ ਉਸ ਨੂੰ ਬਖਸ਼ ਦਿੰਦਾ ਹੈ। ਇਹ ਤੇ ਫਿਰ ਰਾਜਿਆਂ ਦਾ ਰਾਜਾ, ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਇਹ ਤੇ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਆਓ ਉਸ ਗੁਰੂ ਦੇ ਦਰ ਤੇ ਆ ਕੇ ਸਮਰਪਣ ਕਰੀਏ। ਗੁਰੂ ਦੇ ਦਰ ਤੇ ਆ ਕੇ, ਪ੍ਰਮਾਤਮਾ ਜੇ ਤੈਨੂੰ ਚੰਗਾ ਲੱਗਦਾ ਹੈ, ਅਸੀਂ ਸਿਰ ਰੱਖਣ ਨੂੰ ਵੀ ਤਿਆਰ ਹੈ, ਬਸ ਕਿਰਪਾ ਕਰ ਦਰਸ਼ਨ ਪਿਆਸੀ ਦਿਨ ਰਾਤ ਸਾਡੇ ਅੰਦਰ ਵੀ ਤੇਰੇ ਨਾਮ ਦੀ ਤਾਂਘ ਬਣ ਜਾਵੇ, ਸਾਡੇ ਅੰਦਰ ਵੀ ਤੇਰਾ ਪਿਆਰ ਜੁੜ ਜਾਵੇ, ਸਾਡੇ ਅੰਦਰ ਵੀ ਤੇਰੀ ਪ੍ਰੀਤ ਜੁੜ ਜਾਵੇ। ਆਓ ਗੁਰੂ ਦੇ ਨਾਲ ਪ੍ਰੀਤ ਜੋੜਦੇ ਹੋਏ ਗੁਰੂ ਦੇ ਦਰ ਤੇ ਅਰਦਾਸ ਕਰਿਆ ਕਰੀਏ। ਇਤਨੀ ਸੇਵਾ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।